बेटा लो जी बेटा जी ਹੁਣ ਦੇਖੋ ਆਪਣੇ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਕੀ ਕਰਨਾ ਹੈ। ਸਭ ਤੋਂ ਪਹਿਲਾਂ ਤਾਂ ਜੋ ਆਪਾਂ ਕੱਲ ਕੀਤਾ ਸੀ ਉਸ ਚੀਜ਼ ਨੂੰ ਆਪਾਂ ਇੱਕ ਵਾਰ ਦੁਬਾਰਾ ਥੋੜਾ ਜਿਹਾ ਰਿਵਾਈਜ਼ ਕਰਾਂਗੇ ਕਿ ਵੀ ਇਹ ਕੀ ਚੀਜ਼ਾਂ ਆਪਾਂ ਨੇ ਕੀਤੀਆਂ ਸੀਗੀਆਂ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਯੂਜ਼ਸ। ਉਹਦੇ ਵਿੱਚੋਂ ਵੀ ਇੱਕ ਅੱਧਾ ਯੂਜ਼ ਆਪਾਂ ਕਰਾਂਗੇ, ਜ਼ਿਆਦਾ ਨਹੀਂ ਕਰਾਂਗੇ ਕਿਉਂਕਿ ਵੈਸੇ ਵੀ ਆਪਣੇ 10 ਮਿੰਟਸ ਤਾਂ ਆਲਰੇਡੀ ਖਰਾਬ ਹੋ ਚੁੱਕੇ। ਦੇਖੋ ਹੁਣ ਆਪਣੇ ਇਹਦੇ ਵਿੱਚੋਂ ਦੀ ਪੀਐਨ ਜੰਕਸ਼ਨ ਦੀ ਜੇ ਆਪਾਂ ਗੱਲ ਕਰੀਏ, ਇੱਥੇ ਮੈਂ ਤੁਹਾਨੂੰ ਕੱਲ ਕੀ ਕੀਤਾ ਸੀ ਪਹਿਲਾਂ ਆਪਾਂ ਉਹ ਦੇਖਦੇ ਹਾਂ। ਦੇਖੋ ਕੱਲ ਆਪਾਂ ਨੇ ਵਰਕਿੰਗ ਆਫ ਪੀਐਨ ਜੰਕਸ਼ਨ ਤੁਹਾਨੂੰ ਮੈਂ ਸਮਝਾਇਆ ਸੀ, ਜਿਹਦੇ ਵਿੱਚ ਆਹ ਸਿਸਟਮ ਆਪਾਂ ਨੇ ਬਣਾਇਆ ਤੇ ਪੀ ਨੂੰ ਆਪਾਂ ਨੇ ਪੀ ਨਾਲ ਲਗਾਇਆ ਤੇ ਐਨ ਨੂੰ ਆਪਾਂ ਨੇ ਐਨ ਨਾਲ ਲਾਇਆ। ਇਸ ਸਿਸਟਮ ਨੂੰ ਆਪਾਂ ਨੇ ਕੀ ਨਾਮ ਦਿੱਤਾ ਸੀ? ਫਾਰਵਰਡ ਬਾਇਸ, ਠੀਕ ਹੈ। ਇਸ ਸਿਸਟਮ ਨੂੰ ਆਪਾਂ ਨੇ ਕੀ ਨਾਮ ਦਿੱਤਾ? ਫਾਰਵਰਡ ਬਾਇਸ। ਫਾਰਵਰਡ ਬਾਇਸ ਦੇ ਵਿੱਚ ਕੀ ਸੀਗਾ ਆਪਣੇ ਕੋਲੇ? ਪੀ ਨੂੰ ਤੁਸੀਂ ਪੋਜ਼ਿਟਿਵ ਦੇ ਨਾਲ ਕਨੈਕਟ ਕਰ ਦਿੱਤਾ ਤੇ ਐਨ ਨੂੰ ਤੁਸੀਂ ਨੈਗੇਟਿਵ ਦੇ ਨਾਲ ਕਨੈਕਟ ਕਰ ਦਿੱਤਾ। ਇਹ ਆਪਾਂ ਚੀਜ਼ ਕੀਤੀ ਸੀਗੀ ਤੇ ਦੇ ਚੀਜ਼ ਨੂੰ ਆਪਾਂ ਕਹਿੰਦੇ ਆ ਫਾਰਵਰਡ ਬਾਇਸ, ਠੀਕ ਹੈ। ਫਾਰਵਰਡ ਬਾਇਸ ਦੇ ਵਿੱਚ ਕੀ ਹੁੰਦਾ? ਜਿਹੜੀ ਆਪਣੀ ਡਿਪਲੀਸ਼ਨ ਲੇਅਰ ਬਣੀ ਹੁੰਦੀ ਹੈ ਬੇਟਾ, ਇਹ ਡਿਪਲੀਸ਼ਨ ਲੇਅਰ ਖਤਮ ਹੋ ਜਾਂਦੀ ਹੈ ਤਾਂ ਆਪਾਂ ਇੱਥੇ ਕਹਾਂਗੇ ਕਿ ਥਿਕਨੈਸ ਆਫ ਡਿਪਲੀਸ਼ਨ ਲੇਅਰ, thickness reduces and the potential barrier also reduces। ਗੱਲ ਦੋਨੋਂ ਦੀ ਸੇਮ ਹੀ ਹੈ, potential barrier reduces, thickness reduces, ਦੋਨੋਂ reduce ਹੋ ਜਾਂਦੇ ਆ। ਤੇ ਇੱਕ ਟਾਈਮ ਆਉਂਦਾ ਹੈ ਜੇ ਤੁਸੀਂ ਕਟ ਇਨ ਵੋਲਟੇਜ ਤੋਂ ਵੱਧ ਵੋਲਟੇਜ ਲਗਾਤੀ, ਜਾਂ ਬੈਟਰੀ ਆਪਣੀ ਇਹ ਬੈਟਰੀ ਜੋ ਆਪਾਂ ਲਾਈ ਇਹ ਕਟ ਇਨ ਵੋਲਟੇਜ ਤੋਂ ਵੱਧ ਹੈ ਤਾਂ ਡਿਪਲੀਸ਼ਨ ਲੇਅਰ ਗਾਇਬ ਹੋ ਜਾਏਗੀ। ਇਜ਼ ਇਟ ਓਕੇ? ਡਿਪਲੀਸ਼ਨ ਲੇਅਰ ਤੁਹਾਡੀ ਖਤਮ ਹੋ ਜਾਏਗੀ। ਹੁਣ ਇਹ ਤੋਂ ਅੱਗੇ ਚੱਲਦੇ ਆ ਆਪਾਂ। 2 ਮਿੰਟ ਵੇਟ ਅ ਮਿੰਟ। ਵਰਕਿੰਗ ਆਫ ਪੀਐਨ ਜੰਕਸ਼ਨ ਇੰਟਰਨੈਟ ਅੱਜ ਵੀਕ ਚੱਲ ਰਿਹਾ ਜਿਹਦੇ ਕਰਕੇ ਨਾ ਪੂਰੀ ਡਾਊਨਲੋਡ ਨਹੀਂ ਹੋਈ ਹੈ। ਇੱਕ ਵਾਰ ਆਪਾਂ ਦੁਬਾਰਾ ਓਪਨ ਕਰਦੇ ਹਾਂ। ਇਹਦੇ ਵਿੱਚੋਂ ਥੋੜੀਆਂ ਜਿਹੀਆਂ ਚੀਜ਼ਾਂ ਸੀ ਜੋ ਆਪਾਂ ਨੇ ਅੱਜ ਕਰਨੀਆਂ ਨੇ, ਰਹਿ ਗਈਆਂ ਨੇ ਆਪਣੀਆਂ ਕਰਨੀਆਂ। ਡਾਊਨਲੋਡ ਹੋ ਜੇ ਚੰਗੀ ਤਰ੍ਹਾਂ। ਓਕੇ, ਤਾਂ ਰਿਵਰਸ ਬਾਇਸ ਦੇ ਵਿੱਚ ਆਪਣੇ ਕੋਲੇ ਕੀ ਗੇਮ ਹੈ? ਰਿਵਰਸ ਬਾਇਸ ਦੇ ਵਿੱਚ ਪਹਿਲੀ ਗੱਲ ਤਾਂ ਆਪਾਂ ਨੇ ਇਹਨਾਂ ਨੂੰ ਉਲਟਾ ਲਗਾਤਾ। ਉਲਟਾ ਲਾਤਾ ਤਾਂ ਆ ਜਿਹੜਾ ਆਪਣੇ ਕੋਲੇ ਪੀ ਟਾਈਪ ਸੀਗਾ ਇਹਨੂੰ ਆਪਾਂ ਨੇ ਨੈਗੇਟਿਵ ਦੇ ਨਾਲ ਜੋੜਿਆ, ਜਿਹੜਾ ਐਨ ਟਾਈਪ ਹੈ ਇਹਨੂੰ ਆਪਾਂ ਨੇ ਪੋਜ਼ਿਟਿਵ ਦੇ ਨਾਲ ਜੋੜਿਆ। ਇਹ ਆਪਾਂ ਨੇ ਕਰਨਾ ਹੈ ਤੇ ਆਪਣੇ ਕੋਲੇ ਪੀ ਤੇ ਐਨ ਆ ਗਿਆ। ਦੂਸਰੀ ਚੀਜ਼ ਆਪਣੇ ਕੋਲੇ ਕੀ ਆ ਗਿਆ? ਹੁਣ ਜਦੋਂ ਇਹਨੂੰ ਕਰਤਾ ਇਹ ਰਿਵਰਸ ਬੇਸਿਸ ਦੇ ਕਰੈਕਟਰਿਸਟਿਕਸ ਦੇ ਵਿੱਚੋਂ ਆ ਗਿਆ ਵੀ ਆਪਾਂ ਨੇ ਕਿਵੇਂ ਕੀਤਾ। ਹੁਣ ਇਹ ਕਰਨ ਦੇ ਕਰਕੇ ਹੋਇਆ ਕੀ? ਹੋਇਆ ਇਹ ਕਿ ਇਲੈਕਟ੍ਰੋਨ ਸਾਰੇ ਇੱਥੋਂ ਦੇ ਨਿਕਲ ਕੇ ਇਹਦੇ ਵਿੱਚ ਚਲੇ ਗਏ, ਜਿਹੜੇ ਹੋਲ ਸੀਗੇ ਉਹ ਵੀ ਸਾਰੇ ਇੱਧਰ ਅਟਰੈਕਟ ਹੋ ਗਏ ਉਲਟੀ ਤਰਫ। ਤੇ ਜਿਹੜੀ ਆ ਡਿਪਲੀਸ਼ਨ ਲੇਅਰ ਸੀਗੀ ਜਿਹੜੀ ਆਪਣੀ, ਇਹ ਹੋਰ ਵੀ ਜ਼ਿਆਦਾ ਵੱਡੀ ਹੋ ਗਈ। ਡਿਪਲੀਸ਼ਨ ਲੇਅਰ ਆਪਣੀ ਬਹੁਤ ਵੱਡੀ ਹੋ ਗਈ ਤਾਂ ਆਪਾਂ ਨੇ ਕਹਤਾ ਕਿ ਥਿਕਨੈਸ ਇਨਕਰੀਜ਼ਸ ਐਂਡ ਦੀ ਪੋਟੈਂਸ਼ੀਅਲ ਬੈਰੀਅਰ ਆਲਸੋ ਇਨਕਰੀਜ਼ਸ। ਤਾਂ ਜਿਹਦੇ ਕਰਕੇ ਆਪਣੇ ਹੁਣ ਕਰੰਟ ਨੂੰ ਜਿਹੜਾ ਫਲੋ ਕਰ ਰਿਹਾ ਸੀ ਉਹ ਕਰੰਟ ਹੁਣ ਆਪਣੇ ਕੋਲੇ ਫਲੋ ਨਹੀਂ ਕਰੇਗਾ ਤੇ ਬਿਲਕੁਲ ਹੀ ਗੜਬੜ ਹੋ ਜਾਏਗੀ। ਹੁਣ ਕਰੰਟ ਫਲੋ ਕਿਵੇਂ ਕਰੂਗਾ? ਦੇਖੋ ਬੈਟਰੀ ਦੇ ਅਕੋਰਡਿੰਗ ਹੀ ਕਰੰਟ ਫਲੋ ਕਰੂਗਾ। ਤਾਂ ਕਰੰਟ ਨੇ ਫਲੋ ਕਰਨਾ ਸੀਗਾ ਐਂ ਕਰਕੇ, ਮਤਲਬ ਇਲੈਕਟ੍ਰੋਨ ਨੇ ਫਲੋ ਕਰਨਾ ਸੀਗਾ ਐਕਚੁਅਲ ਚ ਬੈਕ ਸਾਈਡ, ਜਿਹੜੇ ਮੈਂ ਬਲੈਕ ਕਲਰ ਨਾਲ ਸ਼ੋ ਕਰੂੰਗਾ। ਦੇਖੋ ਇਲੈਕਟ੍ਰੋਨ ਇਧਰੋਂ ਦੀ ਫਲੋ ਕਰਨਾ ਚਾਹੀਦਾ ਸੀ ਐਂ ਕਰਕੇ, ਤੇ ਇੱਥੋਂ ਦੀ ਇਲੈਕਟ੍ਰੋਨ ਨੂੰ ਜੰਪ ਕਰਨਾ ਚਾਹੀਦਾ ਸੀ ਡਾਇਰੈਕਟ ਇੱਥੋਂ ਦੀ ਇੱਥੋਂ ਤੱਕ। ਹੁਣ ਉਹ ਜੰਪ ਕਰਨਾ ਪੈ ਰਿਹਾ ਸੀ ਡਾਇਰੈਕਟ, ਤੇ ਉਹ ਇਹਦਾ ਜਿਹੜਾ ਡਾਇਰੈਕਟ ਜੰਪ ਹੈ ਉਹ ਹੋ ਨਹੀਂ ਸਕਦਾ ਕਿਉਂਕਿ ਗੈਪ ਇਹਦਾ ਬਹੁਤ ਜ਼ਿਆਦਾ ਸੀ, ਜਿਹਦੇ ਕਰਕੇ ਇਹਨੇ ਕਰੰਟ ਨਹੀਂ ਪਾਸ ਕੀਤਾ। ਬਟ ਜੇ ਤੁਸੀਂ ਬਹੁਤ ਵੱਡੀ ਬੈਟਰੀ ਲਾਤੀ ਜਿਹਨੂੰ ਆਪਾਂ ਕਹਿੰਦੇ ਆ ਜ਼ੀਨਰ ਵੋਲਟੇਜ, ਜੇ ਤੁਸੀਂ ਐਡੀ ਵੱਡੀ ਬੈਟਰੀ ਲਾਤੀ ਤਾਂ ਤੁਹਾਡਾ ਡਾਇਓਡ ਕੀ ਹੋ ਜਾਊਗਾ? ਖਰਾਬ ਹੋ ਜਾਏਗਾ, ਫੁੱਕ ਜਾਏਗਾ। ਤਾਂ ਉਦੋਂ ਬਾਅਦ ਕੀ ਹੋਊਗਾ? ਉਹਨੂੰ ਆਪਾਂ ਕਹਿੰਦੇ ਸ਼ਾਰਟ ਸਰਕਟ। ਪੰਜਾਬੀ ਚ ਤਾਂ ਹੈ ਨਹੀਂ ਨਾ ਪੇਪਰ ਆਪਣਾ, ਤਾਂ ਅੰਗਰੇਜ਼ੀ ਚ ਹੈ, ਕੁਝ ਤਾਂ ਆਪਾਂ ਨੂੰ ਇੰਗਲਿਸ਼ ਲਿਖਣਾ ਹੀ ਪਏਗਾ। ਤਾਂ ਇੰਗਲਿਸ਼ ਦੇ ਵਿੱਚ ਆਪਾਂ ਲਿਖਾਂਗੇ ਤਾਂ ਡਾਇਓਡ ਵਿਲ ਬੀ ਨਾਓ ਸ਼ਾਰਟ ਸਰਕਟਡ ਐਂਡ ਦੀ ਇਲੈਕਟ੍ਰੋਨਸ ਵਿਲ ਜੰਪ ਫਰੋਮ ਦੀ ਪੀ ਜੰਕਸ਼ਨਸ। ਇਸ ਇਲਾਕੇ ਤੋਂ ਡਾਇਰੈਕਟ ਇਹ ਵਾਲੇ ਇਲਾਕੇ ਦੇ ਵਿੱਚ ਤੁਹਾਡੇ ਇਲੈਕਟ੍ਰੋਨ ਜੰਪ ਕਰ ਜਾਣਗੇ ਤੇ ਉਦੋਂ ਬਾਅਦ ਕਰੰਟ ਵਿਲ ਸਟਾਰਟ ਫਲੋਇੰਗ ਐਂਡ देयरबाय डैमेजिंग ਦੀ ਡਾਇਓਡ। ਤੁਹਾਡਾ ਡਾਇਓਡ ਡੈਮੇਜ ਹੋ ਜਾਏਗਾ। ਲਓ ਜੀ, ਇਹ ਤਾਂ ਹੋ ਗਿਆ ਆਪਣੇ ਕੋਲੇ ਰਿਵਰਸ ਬੇਸਿਸ ਤੇ ਫਾਰਵਰਡ ਬੇਸਿਸ, ਇੱਥੋਂ ਤੱਕ ਆਪਾਂ ਨੇ ਕਰ ਲਿਆ ਨੇ, ਠੀਕ ਹੈ। ਹੁਣ ਆਪਾਂ ਚੱਲਦੇ ਹਾਂ ਇਦੋਂ ਅੱਗੇ। ਹੁਣ ਇਹਦੇ ਵਿੱਚ ਆਹ ਗ੍ਰਾਫ ਬੇਟਾ ਜੋ ਹੈ
ਕਰੈਕਟਰਿਸਟਿਕਸ ਜੋ ਨੇ ਇਹ ਬਹੁਤ ਇੰਪੋਰਟੈਂਟ ਗ੍ਰਾਫ ਹੈ, ਮਤਲਬ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਗ੍ਰਾਫ ਹੈ। ਐਕਚੁਅਲੀ ਦੇ ਵਿੱਚ ਕੀ ਹੋਇਆ, ਜਿਹੜਾ ਤੁਹਾਡਾ ਇਹ ਚੈਪਟਰ ਸੀ ਨਾ ਸੈਮੀਕੰਡਕਟਰ, ਇੱਕ ਬਹੁਤ ਵੱਡਾ ਚੈਪਟਰ ਸੀਗਾ, ਉਹਦੇ ਵਿੱਚ ਬਹੁਤ ਸਾਰੀਆਂ ਇੰਪੋਰਟੈਂਟ ਚੀਜ਼ਾਂ ਸੀ, ਲੇਕਿਨ ਸੀਬੀਐਸਈ ਨੇ ਕੀਤਾ ਬਾਕੀ ਸਾਰਾ ਪਾਰਟ ਕੱਟਤਾ। ਤਾਂ ਤੁਹਾਡੇ ਕੋਲੇ ਜਿਹੜਾ ਬਚਿਆ ਹੋਇਆ ਪਾਰਟ ਹੈ ਉਹਦੇ ਵਿੱਚ ਸਭ ਤੋਂ ਔਖੀ ਚੀਜ਼ ਇਹੀ ਹੈ ਤੇ ਸਭ ਤੋਂ ਇੰਪੋਰਟੈਂਟ ਚੀਜ਼ ਵੀ ਇਹੀ ਹੈ। ਤਾਂ ਜਿਹਦੇ ਕਰਕੇ ਇਹੀ ਚੀਜ਼ ਹੈ ਜੋ ਆਏਗੀ। ਹੁਣ ਆਪਣੇ ਆਹ ਬਣ ਗਿਆ ਮੇਰੇ ਕੋਲੇ ਫਾਰਵਰਡ ਬਾਇਸ ਦਾ ਤੇ ਆਹ ਬਣ ਗਿਆ ਮੇਰੇ ਕੋਲੇ ਰਿਵਰਸ ਬਾਇਸ ਦਾ। ਫਾਰਵਰਡ ਬਾਇਸ ਦੇ ਵਿੱਚ ਮੈਂ ਇੱਕ ਵਾਰ ਤੁਹਾਨੂੰ ਰਿਵੀਜ਼ਨ ਦੇ ਦਿੰਦਾ। ਆਹ ਜ਼ੋਨ ਏ ਹੈ, ਜ਼ੋਨ ਏ ਦੇ ਵਿੱਚ ਕੀ ਹੈ ਵੀ ਹੈ ਤਾਂ ਫਾਰਵਰਡ ਬਾਇਸ, ਲੇਕਿਨ ਬੈਟਰੀ ਬਹੁਤ ਛੋਟੀ ਲੱਗੀ ਹੈ। ਆਹ ਹੈ ਆਪਣੇ ਕੋਲੇ ਕਟ ਇਨ ਵੋਲਟੇਜ ਜਾਂ ਇਹਨੂੰ ਨੀ ਵੋਲਟੇਜ ਵੀ ਕਹਿੰਦੇ ਆ, ਬਟ ਨੀ ਵੋਲਟੇਜ ਇੱਕ ਹੋਰ ਵੀ ਹੁੰਦੀ ਹੈ, ਕਨਫਿਊਜ਼ ਨਹੀਂ ਕਰਨਾ। ਇਸ ਕਰਕੇ ਚਲੋ ਯੂ ਕਾਲ ਇਟ ਕਟ ਇਨ ਔਰ ਨੀ, ਕੋਈ ਪ੍ਰੋਬਲਮ ਨਹੀਂ। ਆਹ ਵੋਲਟੇਜ ਤੋਂ ਜਦੋਂ ਵੱਧ ਲੱਗ ਜਾਂਦੀ ਹੈ ਬੈਟਰੀ ਤਾਂ ਫੇਰ ਤਾਂ ਕਰੰਟ ਬਹੁਤ ਹੀ ਵਧੀਆ ਤਰੀਕੇ ਚਲਾ ਜਾਂਦਾ ਹੈ। ਜ਼ੋਨ ਏ ਉਹ ਜ਼ੋਨ ਹੈ ਜਿਹਦੇ ਵਿੱਚ ਡਿਪਲੀਸ਼ਨ ਲੇਅਰ ਛੋਟੀ ਹੁੰਦੀ ਹੈ ਲੇਕਿਨ ਗਾਇਬ ਨਹੀਂ ਹੁੰਦੀ। ਜ਼ੋਨ ਏ ਦੇ ਵਿੱਚ ਆਪਾਂ ਕੀ ਕਵਾਂਗੇ ਕਿ ਡਿਪਲੀਸ਼ਨ ਲੇਅਰ ਦੇਖੋ ਫਾਰਵਰਡ ਬਾਇਸ ਦੇ ਵਿੱਚ ਗਾਇਬ ਹੋ ਜਾਂਦੀ ਹੈ, ਮੈਂ ਤੁਹਾਨੂੰ ਕਿਹਾ ਸੀ। ਤਾਂ ਡਿਪਲੀਸ਼ਨ ਲੇਅਰ ਵਿਲ ਰਿਡਿਊਸ ਇਨ ਸਾਈਜ਼ ਜ਼ੋਨ ਏ ਚ। ਜ਼ੋਨ ਬੀ ਦੇ ਵਿੱਚ ਕਾਈਂਡ ਆਫ ਜ਼ੀਰੋ ਹੋ ਗਿਆ ਤੇ ਉਦੋਂ ਬਾਅਦ ਤਾਂ ਉਸ ਤੋਂ ਇੱਥੇ ਤਾਂ ਆਪਾਂ ਨੂੰ ਫਰਕ ਹੀ ਨਹੀਂ ਪੈਂਦਾ, ਇਹਦੇ ਵਿੱਚ ਕੋਈ ਡਿਪਲੀਸ਼ਨ ਲੇਅਰ ਹੈ ਹੀ ਨਹੀਂ। ਤੇ ਬੀ ਦੇ ਕੋਲੇ ਜਾ ਕੇ ਜ਼ੀਰੋ ਹੋ ਜੂਗੀ ਤੇ ਇਦੋਂ ਬਾਅਦ ਆਪਣੇ ਕੋਲੇ ਡਿਪਲੀਸ਼ਨ ਲੇਅਰ ਐਗਜ਼ਿਸਟ ਹੀ ਨਹੀਂ ਕਰੇਗੀ। ਠੀਕ ਹੈ, ਤਾਂ ਇੱਥੇ ਆਪਣੇ ਕੋਲੇ ਬਹੁਤ ਵਧੀਆ ਤਰੀਕੇ ਦੇ ਵਿੱਚ ਤਾਂ ਹੀ ਕਰੰਟ ਜਿਹੜਾ ਹੈ ਇੱਕਦਮ ਆਪਣੇ ਕੋਲੇ ਇਨਕਰੀਜ਼ ਹੋਏਗਾ, ਕਿਉਂਕਿ ਡਿਪਲੀਸ਼ਨ ਲੇਅਰ ਖਤਮ ਹੀ ਹੋ ਗਈ। ਲੇਕਿਨ ਇਹ ਤੋਂ ਪਹਿਲਾਂ ਡਿਪਲੀਸ਼ਨ ਲੇਅਰ ਪਤਲੀ ਹੋਈ, ਕਰੰਟ ਵੀ ਥੋੜਾ ਮੋਟਾ ਵਧਿਆ, ਲੇਕਿਨ 100% ਤਰੀਕੇ ਦੇ ਵਿੱਚ ਖਤਮ ਨਹੀਂ ਹੋਈ ਡਿਪਲੀਸ਼ਨ ਲੇਅਰ, ਜਿਹਦੇ ਕਰਕੇ ਉਹ ਖਤਮ ਨਹੀਂ ਹੋਇਆ, ਦੀਵਾਰ ਹਜੇ ਵੀ ਬਣੀ ਹੋਈ ਸੀ। ਇਹ ਆਪਣੇ ਕੋਲੇ ਆ ਗਏ ਫਾਰਵਰਡ ਬਾਇਸ ਦੇ ਕਰੈਕਟਰਿਸਟਿਕਸ ਤੇ ਰਿਵਰਸ ਬਾਇਸ ਦੇ ਕਰੈਕਟਰਿਸਟਿਕ, ਅਗੇਨ ਵੈਰੀ ਇੰਪੋਰਟੈਂਟ। ਹੁਣ ਇਹਦੇ ਵਿੱਚ ਆਪਣੇ ਕੋਲੇ ਕੀ ਚੀਜ਼ ਹੁੰਦੀ ਹੈ, ਰਿਵਰਸ ਬਾਇਸ ਦੇ ਵਿੱਚ ਦੇਖੋ ਪਹਿਲਾਂ ਤਾਂ ਸ਼ੁਰੂ ਇੱਕ ਤਾਂ ਗੱਲ ਤੁਸੀਂ ਇਹ ਯਾਦ ਰੱਖਣੀ ਹੈ ਕਿ ਇੱਥੇ ਆਪਣੇ ਕੋਲੇ ਯੂਨਿਟ ਕਿਹੜਾ ਹੈ, ਮਾਈਕਰੋ, ਤੇ ਉੱਪਰ ਆਪਣੇ ਕੋਲੇ ਯੂਨਿਟ ਕਿੰਨਾ ਸੀ, ਮਿਲੀ ਐਂਪੀਅਰ। ਇਹ ਬਹੁਤ ਇੰਪੋਰਟੈਂਟ ਹੈ, ਇਹ ਬੜੀ ਵਾਰ ਕੁਐਸਚਨ ਵੀ ਪੁੱਛਿਆ ਜਾਂਦਾ ਕਿ ਰਿਵਰਸ ਬਾਇਸਿਸ ਦੇ ਵਿੱਚ ਮਾਈਕਰੋ ਕਿਉਂ ਲੈਂਦੇ ਆ, ਉਹਦੇ ਚ ਮਿਲੀ ਕਿਉਂ ਲੈਂਦੇ ਆ। ਜੇ ਆਪਾਂ ਨੂੰ ਪਤਾ ਹੀ ਨਹੀਂ ਫਿਰ ਆਪਾਂ ਕਿਵੇਂ ਜਵਾਬ ਦੇਵਾਂਗੇ, ਤੇ ਆਪਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਹੁਣ ਦੇਖੋ ਦੂਸਰੀ ਚੀਜ਼, ਹੁਣ ਜਦੋਂ ਮੈਂ ਇਹਦੇ ਵਿੱਚ ਗੱਲ ਕਰੂੰਗਾ ਰਿਵਰਸ ਬਾਇਸ ਬੇਸਿਸ ਦੇ ਵਿੱਚ, ਪਹਿਲਾਂ ਤਾਂ ਆਪਣੇ ਕੋਲੇ ਕਰੰਟ ਬਹੁਤ ਹੀ ਜ਼ਿਆਦਾ ਘੱਟ ਹੈ, ਕਿਉਂਕਿ ਰਿਵਰਸ ਬੇਸਿਸ ਤਾਂ ਆਲਮੋਸਟ ਟੈਂਡਿੰਗ ਟੂ ਜ਼ੀਰੋ ਹੈ। ਮਾਈਕਰੋ ਦਾ ਮਤਲਬ ਹੈ 10⁻⁻⁶ ਐਂਪੀਅਰ। ਸੋਚ ਕੇ ਦੇਖੋ ਕਿੰਨਾ ਘੱਟ ਵੈਲਿਊ, ਐਡੀ ਛੋਟੀ ਵੈਲਿਊ ਹੈ। ਠੀਕ ਹੈ, ਤੇ ਇੰਨੀ ਛੋਟੀ ਵੈਲਿਊ ਕਰੰਟ ਦੀ ਇੱਥੋਂ ਦੀ ਪਾਸ ਹੁੰਦੀ ਰਹੇਗੀ। ਇਸ ਕਰੰਟ ਨੂੰ ਆਪਾਂ ਇੱਕ ਸਪੈਸ਼ਲ ਨਾਮ ਦਿੰਦੇ ਆ, ਉੱਤੇ ਲਿਖ ਲਓ ਤੁਸੀਂ, ਇਹ ਪੀਡੀਐਫ ਚ ਨਹੀਂ ਲਿਖਿਆ ਹੋਇਆ, ਲੀਕੇਜ ਕਰੰਟ। ਦਿਸ ਇਜ਼ ਲੀਕੇਜ ਕਰੰਟ। ਤਾਂ ਇਹ ਜਿਹੜਾ ਲੀਕੇਜ ਕਰੰਟ, ਮਤਲਬ ਅਸੀਂ ਤਾਂ ਜੀ ਰਿਵਰਸ ਬਾਇਸ ਲਾਇਆ ਸੀ, ਆਈਡੀਅਲੀ ਤਾਂ ਕਰੰਟ ਆਪਣਾ ਜ਼ੀਰੋ ਹੋਣਾ ਚਾਹੀਦਾ ਹੈ, ਲੇਕਿਨ ਫਿਰ ਵੀ ਥੋੜੀ ਮੋਟੀ ਲੀਕ ਤਾਂ ਹੋ ਹੀ ਜਾਂਦਾ ਹੈ, ਉਹ ਲੀਕੇਜ ਹੋ ਗਈ ਤੁਹਾਡੀ, ਇਸ ਕਰਕੇ ਆਪਾਂ ਇਹਨੂੰ ਕਹਿੰਦਾ ਲੀਕੇਜ ਕਰੰਟ। ਤੇ ਆਹ ਜਿਹੜਾ ਪੁਆਇੰਟ ਆ ਗਿਆ, ਇਹ ਪੁਆਇੰਟ ਹੈ ਮੇਰੇ ਕੋਲ ਜ਼ੈਨਰ ਵੋਲਟੇਜ। ਤੇ ਜ਼ੀਨਰ ਵੋਲਟੇਜ ਦੇ ਅੱਗੇ ਆਪਾਂ ਜੇ ਐਡੀ ਵੱਡੀ ਬੈਟਰੀ ਲਾ ਦਈਏ, ਮੰਨ ਲਓ ਤੁਸੀਂ ਇੰਨੀ ਵੱਡੀ ਬੈਟਰੀ ਲਾਤੀ ਇੱਥੇ, ਤਾਂ ਉਹ ਲੱਗ ਨਹੀਂ ਸਕਦੀ। ਜੋ ਲਾਓਗੇ ਵੀ ਤਾਂ ਇਹਨੇ ਰਿਫਿਊਜ਼ ਕਰ ਦੇਣਾ, ਡਾਇਓਡ ਨੇ ਕਹਿਣਾ ਵੀ ਮੇਰੇ ਅਕ੍ਰੋਸ ਇੰਨੀ ਵੋਲਟੇਜ ਡ੍ਰੌਪ ਨਹੀਂ ਹੋ ਸਕਦਾ, ਉਹਨੇ ਲੈਣਾ ਨਹੀਂ। ਤਾਂ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਗ੍ਰਾਫ ਬਣੂਗਾ। ਇਸ ਵੋਲਟੇਜ ਨੂੰ ਆਪਾਂ ਕਹਿੰਦੇ ਆ ਜ਼ੀਨਰ ਵੋਲਟੇਜ। ਜਿਸ ਤੋਂ ਵੱਧ ਜੇ ਬੈਟਰੀ ਲਾਈ ਜਾਂ ਜਿੰਨੀ ਐਨੀ ਜੇ ਬੈਟਰੀ ਲਾਤੀ ਤਾਂ ਡਾਇਓਡ ਸ਼ਾਰਟ ਸਰਕਟ ਹੋ ਜਾਏਗਾ, ਖਰਾਬ ਹੋ ਜਾਏਗਾ। डायोड इज नाउ शॉर्ट सर्किट। डायोड ਨੂੰ ਆਪਾਂ ਨੇ ਸ਼ਾਰਟ ਸਰਕਟ ਕਰਤਾ ਤੇ ਇਹ ਆਪਣੇ ਕੋਲੇ ਗੜਬੜ ਹੋ ਗਈ। ਹੁਣ ਇੱਥੇ ਕਰੰਟ ਦੀ ਵੈਲਿਊ ਕਿੰਨੀ ਆਊਗੀ ਬੇਟਾ, ਇਹ ਆਪਾਂ ਦੇਖਣੀ ਹੈ। ਇਸ ਗੱਲ ਨੂੰ ਧਿਆਨ ਚ ਰੱਖਣਾ, ਇਹ ਇਨਫਿਨਿਟੀ ਨਹੀਂ ਹੈ। ਕਰੰਟ ਦੀ ਵੈਲਿਊ ਕੋਈ ਮਰਜ਼ੀ ਹੋ ਸਕਦੀ ਹੈ। ਜੇ VZ ਦਾ ਕਰੰਟ ਦੀ ਵੈਲਿਊ ਆ ਵੀ ਹੋ ਸਕਦੀ ਹੈ, ਆ ਵੀ ਹੋ ਸਕਦੀ ਹੈ, ਆ ਵੀ ਹੋ ਸਕਦੀ ਹੈ, ਆ ਵੀ ਹੋ ਸਕਦੀ ਹੈ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਵੀ ਬੰਦਾ ਮਰ ਗਿਆ ਤਾਂ ਉਹਦੇ ਚੁੰਡੀਆਂ ਵੱਢੀ ਜਾਓ ਜਿੰਨੀਆਂ ਮਰਜ਼ੀਆਂ, ਉਹਨੇ ਚੀਕ ਨਹੀਂ ਮਾਰਨੀ। ਉਵੇਂ ਹੀ ਆਹ ਬੰਦਾ ਹੁਣ ਡੈਡ ਹੋ ਚੁੱਕਿਆ ਹੈ, ਇਹਦੇ ਵਿੱਚੋਂ ਤੁਸੀਂ ਜਿੰਨਾ ਮਰਜ਼ੀ ਕਰੰਟ ਪਾਸ ਕਰ ਲਓ, ਇਹ ਤੁਹਾਨੂੰ ਆਈ ਨਹੀਂ ਕਹੇਗਾ ਕਿਉਂ ਕਰਤਾ ਜੀ, ਕਿਵੇਂ ਕਰਤਾ ਜੀ। this will keep on going like this। ਤਾਂ this is the zener voltage ਦਾ concept ਹੈ, ਜਿਹੜਾ ਜਿਹਨੂੰ ਆਪਾਂ ਕਹਿੰਦੇ ਆ zener diode। zener diode ਦਾ ਆਪਾਂ ਅੱਗੇ ਕਰਾਂਗੇ, ਯੂਜ਼ਸ ਦੇ ਵਿੱਚ ਕਰਾਂਗੇ, ਅੱਜ ਕਰਨਾ ਹੈ। ਲਓ ਜੀ, ਇੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਬਹੁਤ ਵਧੀਆ ਤਰੀਕੇ ਦੇ ਵਿੱਚ ਸਮਝ ਲੱਗ ਗਿਆ ਹੋਊਗਾ। there should not be any problem। ਠੀਕ ਹੈ, ਚਲੋ ਜੀ ਆਪਾਂ ਚੱਲਦੇ ਹਾਂ ਅੱਗੇ। ਹੁਣ ਇਸ ਤੋਂ ਬਾਅਦ ਆਪਣੇ ਕੋਲੇ ਬੇਟਾ ਇੱਕ ਚੀਜ਼ ਆ ਜਾਂਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਡਾਇਨਾਮਿਕ ਰੈਜ਼ਿਸਟੈਂਸ। dynamic resistance। now what is this dynamic resistance? ਹੁਣ ਰੈਜ਼ਿਸਟੈਂਸ ਆਪਾਂ ਨੇ ਐਕਚੁਅਲੀ ਕਰੰਟ ਐਂਡ ਇਲੈਕਟ੍ਰਿਸਿਟੀ ਚੈਪਟਰ ਤਾਂ ਆਪਾਂ ਹਜੇ ਤੱਕ ਕੀਤਾ ਨਹੀਂ ਹੈ,
ਤੇ ਜਿਹਦੇ ਕਰਕੇ ਆਪਾਂ ਨੂੰ ਆਈਡੀਆ ਨਹੀਂ ਆ ਆਪਣੇ ਕੋਲੇ ਰੈਜ਼ਿਸਟਰ ਹੈ, ਇੱਥੇ ਆਪਣੇ ਕੋਲੇ ਬੈਟਰੀ ਹੈ, ਇਹਦੇ ਵਿੱਚੋਂ ਦੀ ਕਰੰਟ ਪਾਸ ਹੋਏਗਾ, ਕਰੰਟ ਹੋਏਗਾ I, ਬੈਟਰੀ ਹੋਏਗੀ V ਤੇ ਰੈਜ਼ਿਸਟੈਂਸ ਹੋਏਗਾ R। ਤਾਂ ਤੁਹਾਡੇ ਕੋਲੇ V = IR ਹੋ ਗਿਆ, ਠੀਕ ਹੈ। ਇਹ ਤੁਹਾਡੇ ਕੋਲੇ ਆ ਗਿਆ ਜੋ ਤੁਹਾਡਾ ਓਮਸ ਲਾਅ ਹੈ। ਇਸ ਲਾਅ ਦਾ ਇੱਕ ਨਾਮ ਹੈ, ਕੀ ਨਾਮ ਹੈ ਇਹਦਾ? ਓਮਸ ਲਾਅ। ਤਾਂ ਓਮਸ ਲਾਅ, ਇਹ ਓਮਸ ਲਾਅ ਹੁੰਦਾ ਹੈ। ਹੁਣ ਇਹਦੇ ਵਿੱਚ ਕੀ ਹੈ, ਆਪਣੇ ਕੋਲ ਜਿਹੜਾ ਰੈਜ਼ਿਸਟੈਂਸ ਹੈ ਨਾ, ਇਹ ਇੱਕ ਕਨਸਟੈਂਟ ਵੈਲਿਊ ਲੈਂਦਾ ਹੈ, ਜਿਹਦੇ ਕਰਕੇ ਆਪਾਂ ਨੂੰ ਕੋਈ ਬੜਾ ਫਰਕ ਨਹੀਂ ਪੈਂਦਾ। ਕਨਸਟੈਂਟ ਵੈਲਿਊ ਹੁੰਦੀ ਹੈ, ਆਪਾਂ ਡਿਟੇਲ ਚ ਪੜਾਂਗੇ ਅਗਲੇ ਬਾਅਦ ਚੋਂ ਚੈਪਟਰ ਚ। ਡਾਇਨਾਮਿਕ ਰੈਜ਼ਿਸਟੈਂਸ ਉਹ ਹੁੰਦਾ ਹੈ ਬੇਟਾ, ਉਹਨੂੰ ਆਪਾਂ ਪਹਿਲਾਂ ਤਾਂ ਡੈਫੀਨੇਸ਼ਨ ਇੱਥੋਂ ਚੱਕ ਲਈ। ਆਪਾਂ ਕਹਤਾ ਕਿ ਰੈਜ਼ਿਸਟੈਂਸ ਇਜ਼ ਇਕੁਅਲ ਟੂ, ਇਹਨੂੰ ਕਰਤਾ ਡੈਲਟਾ V ਡਿਵਾਈਡਡ ਬਾਈ ਡੈਲਟਾ I। ਡੈਲਟਾ V ਦਾ ਮਤਲਬ ਹੈ ਥੋੜਾ ਮੋਟਾ ਜਿਹੜਾ ਵੋਲਟੇਜ ਦੇ ਵਿੱਚ ਤੁਸੀਂ ਚੇਂਜਸ ਲੈ ਕੇ ਆਏ, ਤੇ ਡੈਲਟਾ I ਮਤਲਬ ਦਾ ਸਮਾਲ ਚੇਂਜ ਇਨ ਕਰੰਟ। ਹੁਣ ਪ੍ਰੋਬਲਮ ਇਹ ਹੈ ਕਿ ਇਹ ਵਾਲੇ ਕੇਸ ਦੇ ਵਿੱਚ ਤਾਂ ਮੇਰੇ ਕੋਲੇ ਰੈਜ਼ਿਸਟੈਂਸ ਜਿਹੜਾ ਸੀਗਾ ਇਹ ਇੱਕ ਕਨਸਟੈਂਟ ਵੈਲਿਊ ਲੈਂਦਾ ਹੈ, ਬਟ ਆਪਣੇ ਜਿਹੜਾ ਹੁਣ ਆਪਾਂ ਕੇਸ ਪੜ ਰਹੇ ਹਾਂ ਉਹਦੇ ਵਿੱਚ ਦਿਸ ਇਜ਼ ਨਾਟ ਕਨਸਟੈਂਟ। ਕਨਸਟੈਂਟ ਦੇ ਕੇਸ ਦੇ ਵਿੱਚ ਕੀ ਹੁੰਦਾ ਨਾ, ਇਹਨਾਂ ਦਾ ਜਿਹੜਾ ਗ੍ਰਾਫ ਹੁੰਦਾ ਉਹ ਐਂ ਬਣਦਾ, ਦੇਖੋ ਇੱਥੇ I ਤੇ ਇੱਥੇ V, ਤਾਂ ਇਹਨਾਂ ਦਾ ਗ੍ਰਾਫ ਆ ਬਣਨਾ ਚਾਹੀਦਾ, ਸਟ੍ਰੇਟ ਲਾਈਨ। ਲੇਕਿਨ ਆਪਣਾ ਗ੍ਰਾਫ ਕਿਵੇਂ ਦਾ ਬਣ ਰਿਹਾ ਹੈ? ਕਿ ਆਪਣਾ ਗ੍ਰਾਫ ਸਟ੍ਰੇਟ ਲਾਈਨ ਹੈ? ਸੋਚ ਕੇ ਦੇਖੋ ਜਰਾ, ਆਪਣਾ ਗ੍ਰਾਫ ਬਿਲਕੁਲ ਵੀ ਸਟ੍ਰੇਟ ਲਾਈਨ ਨਹੀਂ ਹੈ ਇਸ ਰੀਜਨ ਚ। ਇੱਥੇ ਆਪਣੇ ਕੋਲੇ ਸਟ੍ਰੇਟ ਲਾਈਨ ਨਹੀਂ ਹੈਗੀ, ਤਾਂ ਆਪਾਂ ਇੱਥੇ ਲਿਖਤਾ ਕਿ ਇਟ ਇਜ਼ ਨਾਟ ਓਮਸ ਲਾਅ, ਬਿਕੋਜ਼ ਇਟ ਇਜ਼ ਨਾਟ ਅ ਸਟ੍ਰੇਟ ਲਾਈਨ, ਟੇਢੀ ਹੈ। ਜੇ ਟੇਢੀ ਹੈ ਤਾਂ ਆਪਾਂ ਇਹਦਾ ਰੈਜ਼ਿਸਟੈਂਸ ਕਿਵੇਂ ਫਾਈਂਡ ਕਰਾਂਗੇ? ਤਾਂ ਮੈਂ ਇੱਥੇ ਕਹਤਾ ਕਿ ਰੈਜ਼ਿਸਟੈਂਸ ਇਜ਼ ਇਕੁਅਲ ਟੂ delta V divided by delta I, and because its value is not constant, it is called dynamic resistance। आ देख लो की लिखे, the ratio of small change in voltage, small change in voltage मतलब delta V, to small change in current delta I। delta V मैं voltage थोड़ी जी change की ਤੇ मैंने करंट ਦੇ ਵਿੱਚ changes ਕਿੰਨੀਆਂ ਹੋਈਆਂ ਨੋਟ ਕਰ ਲਈਆਂ, ਉਹਨਾਂ ਨੂੰ ਮੈਂ ਜਦੋਂ ਡਿਵਾਈਡ ਕਰੂੰਗਾ ਤਾਂ ਮੇਰੇ ਕੋਲ ਜੋ ਵੈਲਿਊ ਆ ਜਾਏਗੀ ਇਹਨੂੰ ਮੈਂ ਕਹੂੰਗਾ ਰੈਜ਼ਿਸਟੈਂਸ, ਤੇ ਇੱਕ ਸੈਮੀਕੰਡਕਟਰ ਦੇ ਕੇਸ ਚ ਇਹਨੂੰ ਕਹੂੰਗਾ ਮੈਂ ਡਾਇਨਾਮਿਕ ਰੈਜ਼ਿਸਟੈਂਸ। ਬਹੁਤ ਇੰਪੋਰਟੈਂਟ ਵੈਲਿਊ ਅਗੇਨ, ਇਸ ਚੈਪਟਰ ਚ 1 ਮਾਰਕ 2 ਮਾਰਕ ਬਹੁਤ ਆਉਂਦਾ ਹੈ। ਡਾਇਰੈਕਟ 2 ਨੰਬਰ ਦੀ ਡੈਫੀਨੇਸ਼ਨ ਬਣਦੀ ਹੈ, ਡਿਫਾਈਨ ਡਾਇਨਾਮਿਕ ਰੈਜ਼ਿਸਟੈਂਸ, 2 ਨੰਬਰ ਦਾ ਤੁਹਾਡੇ ਕੋਲੇ ਕੁਐਸਚਨ ਬਣ ਜਾਊਗਾ। not a big deal, बिल्कुल आसान चीज है। R is equal to delta V by delta I, because the slope of VI curve is not constant, the resistance offered by the diode is not constant। ਕਹਿਣ ਦਾ ਅਰਥ ਹੈ ਸਲੋਪ ਮਤਲਬ ਢਲਾਨ। ਹੁਣ ਤੁਸੀਂ ਦੇਖੋ ਜੇ ਸਿੱਧੀ ਹੁੰਦੀ ਤਾਂ ਮੈਂ ਕਹੂੰਗਾ ਕਿ ਇਹਦੀ ਢਲਾਨ ਬਿਲਕੁਲ ਤਿੱਖੀ ਹੈ, ਸਾਰੀ ਦੀ ਸਾਰੀ ਜਗ੍ਹਾ ਤੇ ਸੇਮ ਹੈ। ਲੇਕਿਨ ਹੁਣ ਮੇਰੇ ਕੋਲ ਸਿਸਟਮ ਕੀ ਹੈ, ਹੁਣ ਮੇਰੇ ਕੋਲ ਐਂ ਕਰਕੇ ਐਂ ਟੇਢਾ ਗੁਲਾਈ ਚ ਹੈ। ਹੁਣ ਇੱਥੇ ਢਲਾਨ ਕੁਝ ਹੋਰ ਹੈਗੀ ਹੈ, ਇੱਥੇ ਢਲਾਨ ਕੁਝ ਹੋਰ ਹੈਗੀ ਹੈ, ਸਾਰੇ ਕਿਤੇ ਢਲਾਨ ਐ ਚੇਂਜ ਹੋ ਰਹੀ ਹੈ। ਤਾਂ ਢਲਾਨ ਆਪਣੇ ਕੋਲੇ ਚੇਂਜ ਹੋ ਰਹੀ ਹੈ, ਜਿਹਦੇ ਕਰਕੇ ਆਪਾਂ ਨੂੰ ਰੈਜ਼ਿਸਟੈਂਸ ਨਹੀਂ ਆਪਾਂ ਨੂੰ ਪਤਾ। ਆਪਾਂ ਕਹਾਂਗੇ ਕਿ ਰੈਜ਼ਿਸਟੈਂਸ ਇਹਦਾ ਇੱਕ ਵੇਰੀਏਬਲ ਹੈ, ਤਾਂ ਹੈਂਸ ਦਿਸ R ਇਜ਼ ਡਾਇਨਾਮਿਕ ਰੈਜ਼ਿਸਟੈਂਸ। बेटा गल क्लीयर होगी? कोई डाउट किसी को पूछ लो।
ओके 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 सॉरी ओके चलो मैं दोबारा दसदा सब तो पहला ਆਪਾਂ ਹੁਣ ਕੰਡਕਟਿਵਿਟੀ ਦੇ ਬਾਰੇ ਗੱਲ ਕਰਾਂਗੇ ਆਹ ਠੀਕ ਹੈ ਹੁਣ ਇਹਦੇ ਵਿੱਚ ਕੀ ਆਪਣੇ ਕੋਲੇ ਇੱਕ ਹੁੰਦਾ ਰੈਜ਼ਿਸਟੈਂਸ ਤੇ ਇੱਕ ਹੁੰਦਾ ਰੈਜ਼ਿਸਟਿਵਿਟੀ ਆ ਬਣ ਗਿਆ ਰੈਜ਼ਿਸਟਿਵਿਟੀ ਤੇ ਰੈਜ਼ਿਸਟੈਂਸ ਦਾ ਮਤਲਬ ਹੈ ਵੀ ਜੇ ਕਰੰਟ ਪਾਸ ਹੋਏਗਾ ਤਾਂ ਵਾਇਰ ਨੇ ਉਹਨੂੰ ਆਪਦੇ ਕਰੰਟ ਉਹਨੂੰ ਪਾਸ ਹੋਣ ਦੇਣਾ ਨਹੀਂ ਤੇ ਰੈਜ਼ਿਸਟਿਵਿਟੀ ਦਾ ਮਤਲਬ ਹੈ ਰੈਜ਼ਿਸਟਿਵਿਟੀ ਇਜ਼ that property because of which ਠੀਕ ਹੈ the resistance comes into play ਵੀ ਉਹ resistance ਕਿਉਂ ਦੇਗਾ ਉਹ ਇਸ ਕਰਕੇ ਦੇਗਾ ਕਿਉਂਕਿ ਉੱਥੇ ਆਪਣੇ ਕੋਲੇ ਉਹਦੇ ਕੋਲੇ ਇੱਕ ਰੈਜ਼ਿਸਟਿਵਿਟੀ ਹੈ ਰੈਜ਼ਿਸਟਿਵਿਟੀ ਦਾ ਉਲਟਾ ਜਿਹੜਾ ਹੁੰਦਾ ਹੈ ਉਸ ਨੂੰ ਆਪਾਂ ਕਹਿੰਦੇ ਆ ਕੰਡਕਟਿਵਿਟੀ ਤੇ ਇਹਨੂੰ ਆਪਾਂ ਲਿਖਦੇ ਆ ਸਿਗਮਾ ਦੇ ਨਾਲ ਤੇ ਰੈਜ਼ਿਸਟੈਂਸ ਦਾ ਜਿਹੜਾ ਉਲਟਾ ਹੁੰਦਾ ਹੈ ਇਹਨੂੰ ਆਪਾਂ ਕਹਿੰਦੇ ਆ ਕੰਡਕਟੈਂਸ ਹੁਣ ਮੈਂ ਤੁਹਾਨੂੰ ਕਹੀ ਜਾਂਦਾ ਵੀ ਉਲਟਾ ਹੁੰਦਾ ਕੀ ਇਹ ਸੱਚੀ ਉਲਟਾ ਹੁੰਦਾ ਹੈ ਯੈਸ ਬਿਲਕੁਲ ਇਹ ਸੱਚੀ ਉਲਟਾ ਹੁੰਦਾ ਹੈ ਰੈਜ਼ਿਸਟੈਂਸ ਇਜ਼ ਇਕੁਅਲ ਟੂ 1/c या कंडक्टेंस इज इक्वल टू 1/r कह लो रेजिस्टिविटी इज इक्वल टू 1 बाय कंडक्टिविटी कंडक्टिविटी इज इक्वल टू 1 बाय रेजिस्टिविटी बेटा इन्हां नूं नोट कर लो जरा एक बार ना तो 1-2 मिनट ले लो इन नोट कर लो फटाफट क्योंकि ये एक्चुअली करंट एंड इलेक्ट्रिसिटी चैप्टर दा पार्ट है जिहदे करके आपां नूं हजे नहीं आंदा तां इस करके मैं तुहानूं अलग तो लिखवाता तुसीं इहनूं नोट कर लो रेजिस्टेंस ते रेजिस्टिविटी दा रिलेशन ते जिहड़ा इधरों दी कंडक्टेंस ते कंडक्टिविटी ਹੁਣ ਇਹ ਦੇਖਿਆ ਗਿਆ ਲਿਖ ਲੈਣਾ ਬੇਟਾ ਹੁਣ ਇਹ ਦੇਖਿਆ ਗਿਆ ਕਿ ਜਿਹੜੇ ਆਪਣੇ ਕੋਲੇ ਨਾਰਮਲ ਕੰਡਕਟਰਸ ਹੁੰਦੇ ਆ ਉਹਨਾਂ ਦੇ ਵਿੱਚ ਕੀ ਹੁੰਦਾ ਹੈ ਜੋ ਨਾਰਮਲ ਕੰਡਕਟਰ ਹੈ ਆਪਣੇ ਕੋਲ ਉਹਨਾਂ ਦੇ ਵਿੱਚ ਜਿਹੜੀ ਕੰਡਕਟਿਵਿਟੀ ਹੈ ਨਾ ਇਹ ਰਿਡਿਊਸ ਹੋ ਜਾਂਦੀ ਹੈ ਤੇ resistivity increase ਹੁੰਦੀ ਹੈ with increase in temperature resistivity increases with increase in temperature ਤਾਂ ਸਿੱਧੀ ਜੀ ਗੱਲ ਹੈ resistance increases with increase in temperature बेटा मैनू पता नहीं फिर क्यों नहीं आ रही क्योंकि मैंने तो म्यूट नहीं किया होया बेटा बाकी बच्चों को आवाज आ रही है मेरी सुमित नू आवाज नहीं आ रही आर्यन ते अमरजीत पुत्त दसो चलो सर विच कट जांदी है फिर आंदी है बेटा पता है की है थोड़ी रोक के ਅੱਜ ਮੌਸਮ ਖਰਾਬ ਹੋਣ ਦੇ ਕਰਕੇ ਇਹ ਚੀਜ਼ਾਂ ਆਉਣੀਆਂ ਮੈਨੂੰ ਪਤਾ ਸੀ ਪਹਿਲਾਂ ਤੋਂ ਲੱਗ ਰਿਹਾ ਸੀ ਵੀ ਇਹ ਆਉਣਗੀਆਂ ਚੀਜ਼ਾਂ ਤੇ ਇਸ ਕਰਕੇ ਚਲੋ ਇੱਕ ਵਾਰ ਤੁਸੀਂ ਕਰ ਲਓ ਸਹੀ ਆ ਰਹੀ ਹੈ ਹੁਣ ਹਾਂ ਇਹਨੂੰ ਮੈਂ YouTube ਤੇ ਜਦੋਂ ਪਾ ਦੂੰਗਾ ਨਾ ਵੀਡੀਓ ਉਦੋਂ ਤੁਸੀਂ ਚੈੱਕ ਕਰ ਲਿਓ YouTube ਤੇ ਮੈਨੂੰ ਲੱਗਦਾ ਕਿ ਰਿਕਾਰਡਿੰਗ ਦੇ ਵਿੱਚ ਇਹ ਪ੍ਰੋਬਲਮ ਨਹੀਂ ਆਣੀ ਚਾਹੀਦੀ ਠੀਕ ਹੈ ਬਾਕੀ ਦੇਖਦੇ ਆ ਜੇ ਕੋਈ ਪ੍ਰੋਬਲਮ ਹੋਊਗੀ ਆਪਾਂ ਦੁਬਾਰਾ ਪੜ੍ਹ ਲਾਂਗੇ ਆਹ ਵਾਲਾ ਟੌਪਿਕ ਕੋਈ ਗੱਲ ਨਹੀਂ ਅੱਜ ਵੈਸੇ ਵੀ ਮੈਂ ਰਿਵੀਜ਼ਨ ਹੀ ਕਰਾਉਣਾ ਥੋੜਾ ਮੋਟਾ ਟੌਪਿਕ ਹੀ ਨਵਾਂ ਹੈ ਆਪਣਾ ਹੁਣ ਦੇਖੋ ਤਾਂ ਇਹ ਆਪਣੇ ਕੋਲੇ ਆ ਜਾਂਦਾ ਹੈ ਆ ਦੇਖੋ ਫਿਰ ਆ ਗਿਆ ਕਿ ਇੰਟਰਨੈਟ ਇਜ਼ ਅਨਸਟੇਬਲ ਤਾਂ ਟੈਂਪਰੇਚਰ ਦੇ ਇਨਕਰੀਜ਼ ਹੋਣ ਨਾਲ ਮਤਲਬ ਇਹ ਕਿਸੇ ਚੀਜ਼ ਨੂੰ ਮੈਂ ਗਰਮ ਕਰੂੰਗਾ ਤਾਂ ਉਹਦਾ ਰੈਜ਼ਿਸਟੈਂਸ ਵਧੂਗਾ ਲੇਕਿਨ ਸੈਮੀ ਕੰਡਕਟਰ ਦੇ ਵਿੱਚ ਉਲਟਾ ਹੋ ਜਾਂਦਾ ਹੈ ਸੈਮੀ ਕੰਡਕਟਰ ਦੇ ਵਿੱਚ ਕੀ ਹੁੰਦਾ ਹੈ ਕਿ ਜੇ ਤੁਸੀਂ ਟੈਂਪਰੇਚਰ ਇਨਕਰੀਜ਼ ਕੀਤਾ ਤਾਂ ਉਹਦੀ ਰੈਜ਼ਿਸਟਿਵਿਟੀ ਘਟ ਜਾਂਦੀ ਹੈ ਤੇ ਕੰਡਕਟੈਂਸ ਵੱਧ ਜਾਂਦੀ ਹੈ ਨਾਓ ਦੀ ਪ੍ਰੋਬਲਮ ਇਜ਼ ਕਿ ਇਹਦੀ ਜਿਹੜੀ ਕੰਡਕਟੈਂਸ ਹੈ ਇਹ ਵੱਧ ਕਿਉਂ ਜਾਂਦੀ ਹੈ ਕਿਉਂਕਿ ਆਪਣੇ ਜੇ ਮੈਂ ਗੱਲ ਕਰਾਂ ਕਾਪਰ ਦੀ ਤੇ ਸਿਲਵਰ ਦੀ ਤੇ ਇਹਨਾਂ ਸਾਰਿਆਂ ਦੀ ਤਾਂ ਆਬਵੀਅਸਲੀ ਉਹ ਜਿਹੜੀ ਆਪਣੇ ਕੋਲੇ ਰੈਜ਼ਿਸਟਿਵਿਟੀ ਹੈ ਉਹ ਇਨਕਰੀਜ਼ ਹੋ ਰਹੀ ਹੈ ਇਹ 'ਚ ਕੋਈ ਡਾਊਟ ਨਹੀਂਗਾ ਤੇ ਫਿਰ ਜਿਹੜਾ ਸੈਮੀ ਕੰਡਕਟਰ ਹੈ ਉਹਦੇ ਵਿੱਚ ਇਹ ਗੇਮ ਉਲਟੀ ਕਿਉਂ ਹੋ ਗਈ ਹੁਣ ਉਹਦੇ ਵਿੱਚ ਕੀ ਪ੍ਰੋਬਲਮ ਹੁੰਦੀ ਹੈ ਬੇਟਾ ਕਿ ਜਦੋਂ ਮੈਂ ਟੈਂਪਰੇਚਰ ਇਨਕਰੀਜ਼ ਕੀਤਾ ਤੁਹਾਨੂੰ ਤਾਂ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਹੀਟ ਕਰਨ ਨਾਲ ਕੀ ਹੁੰਦਾ ਹੈ ਇਲੈਕਟ੍ਰੋਨਸ ਜੰਪ ਕਰ ਜਾਂਦੇ ਆ ਵੈਲੈਂਸ ਬੈਂਡ ਚੋਂ એનર્ਜੀ ਬੈਂਡ ਦੇ ਵਿੱਚ ਉਹ ਵੈਲੈਂਸ ਬੈਂਡ ਦੇ ਵਿੱਚੋਂ ਇਲੈਕਟ੍ਰੋਨ ਜੰਪ ਕਰਕੇ એનર્ਜੀ ਬੈਂਡ ਦੇ ਵਿੱਚ ਚਲੇ ਗਏ ਹੁਣ ਜਦੋਂ ਟੈਂਪਰੇਚਰ ਇਨਕਰੀਜ਼ ਹੋਇਆ ਇਹਦਾ ਮਤਲਬ ਇਹ ਹੈ ਕਿ ਸੈਮੀ ਕੰਡਕਟਰ will have more number of free electrons and more number of holes. More number of free electrons and more number of holes ਹੁਣ ਹੋਣਗੇ ਤਾਂ ਜਿਹਦੇ ਕਰਕੇ ਆਬਵੀਅਸਲੀ ਇਹਦੀ ਕੰਡਕਟਿਵਿਟੀ ਵੱਧ ਜੂਗੀ ਕਿਉਂਕਿ ਨੰਬਰ ਆਫ ਇਲੈਕਟ੍ਰੋਨ ਹੀ ਵੱਧ ਗਏ
ਜੇ ਨੰਬਰ ਆਫ ਇਲੈਕਟ੍ਰੋਨ ਹੀ ਜ਼ਿਆਦਾ ਹੋ ਗਏ ਤਾਂ ਕੰਡਕਟਿਵਿਟੀ ਇਨਕਰੀਜ਼ ਹੋਗੀ। ਕਾਪਰ ਤੇ ਸਿਲਵਰ ਦੇ ਕੇਸ ਦੇ ਵਿੱਚ ਨੰਬਰ ਆਫ ਇਲੈਕਟ੍ਰੋਨਸ ਆਰ ਕਨਸਟੈਂਟ, ਇਹ ਨਾ ਤਾਂ ਵੱਧਦੇ ਆ ਤੇ ਨਾ ਘਟਦੇ ਆ। ਇਸ ਕੇਸ ਦੇ ਵਿੱਚ ਆਪਣੇ ਕੋਲੇ ਇਹ ਨੰਬਰ ਜੰਪ ਕਰ ਗਿਆ, ਜਿਹਦੇ ਕਰਕੇ ਆਪਣੇ ਕੋਲ ਕੰਡਕਟਿਵਿਟੀ ਇਨਕਰੀਜ਼ ਹੋ ਗਈ। ਹੁਣ ਦੇਖੋ ਹੁਣ ਕਿਵੇਂ ਹੋ ਗਿਆ। ਆ ਤੁਹਾਡੇ ਕੋਲੇ ਆ ਸਾਰਾ ਇੱਥੇ ਮੈਂ ਲਿਖਿਆ ਹੋਇਆ, ਇਹਨੂੰ ਆਪਾਂ ਇੱਕ ਵਾਰ ਰੀਡ ਕਰਦੇ ਆ। ਹੁਣ ਦੇਖੋ ਹੁਣ ਆ ਗਿਆ ਕੰਡਕਟਿਵਿਟੀ ਦਾ ਜਿਹੜਾ ਫਾਰਮੂਲਾ ਹੈ। ਦੇਖੋ 1 ਬਾਈ ਰੈਜ਼ਿਸਟਿਵਿਟੀ ਦਾ ਮੈਂ ਤੁਹਾਨੂੰ ਹੁਣੇ ਦੱਸ ਹੀ ਦਿੱਤਾ। ਇਹ ਆ ਫਾਰਮੂਲਾ ਹੈ ਬੇਟਾ, ਇੱਕ ਵਾਰ ਤੁਸੀਂ ਇਹਨੂੰ ਯਾਦ ਕਰ ਲਿਓ, ਠੀਕ ਹੈ। ਇਹ ਤੁਹਾਨੂੰ ਪ੍ਰੋਪਰਲੀ ਸਮਝ ਬਾਅਦ ਚੋਂ ਲੱਗੂਗਾ। ਬਸ ਹੁਣੇ ਤੁਸੀਂ ਸਿਰਫ ਇੰਨੀ ਗੱਲ ਯਾਦ ਰੱਖਣੀ ਹੈ ਕਿ ਕੰਡਕਟਿਵਿਟੀ ਇਜ਼ ਇਕੁਅਲ ਟੂ E ਇੰਟੂ N ਦਾ ਮਤਲਬ ਹੁੰਦਾ ਨੰਬਰ ਆਫ ਫ੍ਰੀ ਇਲੈਕਟ੍ਰੋਨ ਐਂਡ ਮਿਊ E ਦਾ ਮਤਲਬ ਹੈ ਮੋਬਿਲਿਟੀ ਆਫ ਇਲੈਕਟ੍ਰੋਨ ਪਲੱਸ ਨੰਬਰ ਆਫ ਹੋਲ ਇੰਟੂ ਮਿਊ H। ਇਹ ਆਪਣੇ ਕੋਲੇ ਆਂਦੀ ਹੈ ਕੰਡਕਟਿਵਿਟੀ। ਤੇ ਇਹ ਜਿਹੜਾ ਮਿਊ ਲਿਖਿਆ ਨਾ ਮੈਂ, ਇਹਨੂੰ ਕਹਿੰਦੇ ਮਿਊ, ਇਹ ਹੈ ਮਿਊ। ਤੇ ਆਪਣੇ ਕੋਲੇ ਮਿਊ ਇੱਥੇ ਕਿਸ ਚੀਜ਼ ਵਾਸਤੇ ਯੂਜ਼ ਹੁੰਦੀ ਹੈ? ਮੋਬਿਲਿਟੀ। ਤਾਂ ਮੋਬਿਲਿਟੀ ਕੀ ਹੁੰਦੀ ਹੈ ਇਹ ਵੀ ਮੈਂ ਤੁਹਾਨੂੰ ਅੱਗੇ ਕਰੰਟ ਐਂਡ ਇਲੈਕਟ੍ਰਿਸਿਟੀ ਚੈਪਟਰ ਦੇ ਵਿੱਚ ਕਰਵਾਉਂਗਾ। ਬਟ ਇਹਦੇ ਵਿੱਚ ਤੁਸੀਂ ਇੰਨੀ ਗੱਲ ਯਾਦ ਰੱਖਣੀ, ਮੋਬਿਲਿਟੀ ਦਾ ਮਤਲਬ ਹੈ ਕਿ ਕਿੰਨੀ ਬੈਟਰੀ ਲਾ ਕੇ ਇਲੈਕਟ੍ਰੋਨ ਕਿੰਨੇ ਵਧੀਆ ਤਰੀਕੇ ਦੇ ਵਿੱਚ ਚੱਲਣ ਲੱਗਦਾ ਹੈ। ਆਪਾਂ ਕਹਾਂਗੇ ਕਿ ਯਾਰ ਇਲੈਕਟ੍ਰੋਨ ਚੱਲਦਾ ਤਾਂ ਹੈ ਨਹੀਂਗਾ, ਤੁਰਦਾ ਤਾਂ ਹੈ ਨਹੀਂ, ਇਹਨੂੰ ਵੱਡੀ ਬੈਟਰੀ ਲਾ ਦਿਓ, ਉਹਦੀ ਮੋਬਿਲਿਟੀ ਘੱਟ ਹੈ। ਜਿਹਦੀ ਮੋਬਿਲਿਟੀ ਵਧੀਆ ਹੈ ਉਹਨੂੰ ਛੋਟੀ ਬੈਟਰੀ ਲਾ ਕੇ ਵੀ ਇਲੈਕਟ੍ਰੋਨ ਚੱਲਣ ਲੱਗ ਜਾਂਦਾ। ਇਹ ਹੈ ਮੋਬਿਲਿਟੀ ਦਾ ਕਨਸੈਪਟ। ਤੇ ਮੋਬਿਲਿਟੀ ਇਹ ਮੈਂ ਲਿਖਤਾ ਕਰੰਟ ਐਂਡ ਇਲੈਕਟ੍ਰਿਸਿਟੀ ਦੀ ਤਰਫੋਂ ਫਾਰਮੂਲਾ ਲੈ ਕੇ ਆਇਆ ਤੇ ਮੈਂ ਇੱਥੇ ਲਿਖਤਾ ਮੋਬਿਲਿਟੀ। ਤੁਹਾਨੂੰ ਯਾਦ ਕਰਨ ਦੀ ਲੋੜ ਨਹੀਂ ਹੈ, ਸਿਰਫ ਇੰਨੀ ਗੱਲ ਯਾਦ ਰੱਖਣਾ ਕਿ ਐਜ਼ ਪਰ ਦੀ ਕੰਡਕਟਰਸ ਦੀ ਮੋਬਿਲਿਟੀ ਡਿਕਰੀਜ਼ਸ ਵਿਦ ਇਨਕਰੀਜ਼ ਇਨ ਟੈਂਪਰੇਚਰ। ਜਦੋਂ ਟੈਂਪਰੇਚਰ ਵਧੂਗਾ ਉਹਦੀ ਮੋਬਿਲਿਟੀ ਰਿਡਿਊਸ ਹੋ ਜੂਗੀ। ਕਿਉਂ? ਕਿਉਂਕਿ ਉਹਦੀ ਟੱਕਰ ਹੋਣੀ ਸ਼ੁਰੂ ਹੋ ਜੂਗੀ, ਰੈਜ਼ਿਸਟੈਂਸ ਵੱਧ ਜੂਗਾ, ਉਹਦੀ ਜ਼ਿਆਦਾ ਟੱਕਰ ਹੋਇਆ ਕਰੂਗੀ, ਜਿਹਦੇ ਕਰਕੇ ਉਹਦੀ ਮੋਬਿਲਿਟੀ ਘਟ ਗਈ। ਉਹ ਵਿਚਾਰਾ ਸਪੀਡ ਲੈ ਨਹੀਂ ਪਾਏਗਾ ਇਲੈਕਟ੍ਰੋਨ, ਤਾਂ ਜਦੋਂ ਉਹਨੂੰ ਸਪੀਡ ਨਹੀਂ ਮਿਲੀ ਤਾਂ ਉਹਦੀ ਮੋਬਿਲਿਟੀ ਰਿਡਿਊਸ ਹੋ ਗਈ, ਤਾਂ ਜਿਹਦੇ ਕਰਕੇ ਆਪਣੇ ਕੰਡਕਟਰਸ ਦੇ ਵਿੱਚ ਰੈਜ਼ਿਸਟਿਵਿਟੀ ਇਨਕਰੀਜ਼ ਹੋ ਜਾਂਦੀ ਹੈ, ਰੈਜ਼ਿਸਟੈਂਸ ਇਨਕਰੀਜ਼ ਹੋ ਜਾਂਦਾ ਹੈ। ਲੇਕਿਨ ਆਪਣੇ ਇਸ ਕੇਸ ਦੇ ਵਿੱਚ ਕੀ ਹੋਇਆ? ਬਟ ਐਜ਼ ਪਰ ਆਵਰ ਐਕਸਪੈਰੀਮੈਂਟ ਇਟ ਵਾਸ ਫਾਊਂਡ that conductivity increases. Reason: with an increase in temperature the electron from valence band jump into conduction band, thereby increasing both the number of electron and number of hole. ਤਾਂ ਹੁਣ ਆ ਫਾਰਮੂਲੇ ਨੂੰ ਤੁਸੀਂ ਧਿਆਨ ਨਾਲ ਦੇਖੋ। ਇਹ ਫਾਰਮੂਲੇ ਦੇ ਵਿੱਚ ਆਹ ਵਾਲੀ ਟਰਮ ਤੇ ਆਹ ਵਾਲੀ ਟਰਮ ਆਪਣੇ ਕੋਲੇ ਬਹੁਤ ਜ਼ਿਆਦਾ ਹਾਈ ਹੋ ਜਾਂਦੀ ਹੈ, ਜਿਹਦੇ ਕਰਕੇ ਮਿਊ ਈ ਤੇ ਮਿਊ ਐਚ ਤੁਹਾਡਾ ਘਟ ਜਾਂਦਾ ਹੈ, ਐਨ ਈ ਤੇ ਐਨ ਐਚ ਵੱਧ ਜਾਂਦਾ ਹੈ। ਤਾਂ ਤੁਹਾਡਾ ਜਿਹੜਾ ਇਫੈਕਟ ਹੈ ਟੋਟਲ, ਉਹ ਇਫੈਕਟ ਇਹ ਆਉਂਦਾ ਹੈ ਕਿ ਤੁਹਾਡੀ ਕੰਡਕਟਿਵਿਟੀ ਇਨਕਰੀਜ਼ ਹੋ ਜਾਂਦੀ ਹੈ। ਕਿਉਂ? ਕਿਉਂਕਿ ਆਪਣਾ ਐਨ ਈ ਤੇ ਐਨ ਐਚ ਬਹੁਤ ਹੀ ਜ਼ਿਆਦਾ ਪੱਧਰ ਤੇ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਵਿੱਚ ਵੱਧਦਾ ਹੈ। ਤੇ ਜਿਹੜਾ ਆ ਮੋਬਿਲਿਟੀ ਹੈ, ਮੋਬਿਲਿਟੀ ਆਪਣਾ ਰਿਡਿਊਸ ਹੁੰਦਾ ਹੈ, ਕਿਉਂਕਿ ਟੈਂਪਰੇਚਰ ਵਧਣ ਨਾਲ ਮੋਬਿਲਿਟੀ ਨੇ ਰਿਡਿਊਸ ਹੋਣਾ ਹੀ ਹੋਣਾ। ਲੇਕਿਨ ਐਨ ਈ ਤੇ ਐਨ ਐਚ ਆਪਣੇ ਕੋਲੇ ਇਨਕਰੀਜ਼ ਹੋ ਜਾਂਦਾ। ਕੰਡਕਟਰ ਦੇ ਕੇਸ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ, ਉਹਦੇ ਵਿੱਚ ਨੰਬਰ ਆਫ ਇਲੈਕਟ੍ਰੋਨਸ ਆਰ ਕਨਸਟੈਂਟ, ਇਨਕਰੀਜ਼ ਨਹੀਂ ਹੋ ਸਕਦੇ। ਲੇਕਿਨ ਆਪਣੇ ਕੋਲੇ ਇੱਥੇ ਇਹ ਇਨਕਰੀਜ਼ ਹੋ ਜਾਂਦੇ ਹੈ। ਬੱਚੋ ਗੱਲ ਕਲੀਅਰ ਹੋ ਗਈ? ਇਹ ਗੱਲ ਸਮਝ ਲੱਗ ਗਈ ਬੇਟਾ? ਚੈਟ 'ਚ ਯੈਸ ਨੂੰ ਲਿਖਣਾ, ਚੈਟ 'ਚ ਲਿਖ ਦੋ, ਬੋਲਣਾ ਚਾਹੁੰਦੇ ਹੋ ਬੋਲ ਦਿਓ। ਠੀਕ ਹੈ ਬੇਟਾ, ਇਹ ਬਹੁਤ ਇੰਪੋਰਟੈਂਟ ਟੌਪਿਕ ਹੈ ਪੁੱਤ, ਇਸ ਨੂੰ ਮਿਸ ਨਹੀਂ ਕਰਨਾ ਹੈ, ਠੀਕ ਹੈ ਨਾ। ਚਲੋ ਤਾਂ ਹੁਣ ਇਸ ਤੋਂ ਬਾਅਦ ਆਪਣੇ ਕੋਲੇ ਟਾਈਮ ਬਹੁਤ ਘੱਟ ਰਹਿ ਗਿਆ ਤੇ ਆਪਾਂ ਹੁਣ ਨੈਕਸਟ ਇੱਕ ਆਪਾਂ ਵੀਡੀਓ ਦੇਖ ਲੈਂਦੇ ਆ ਕਿ ਇੱਕ ਚੀਜ਼ ਹੋਰ ਕਰਦੇ ਆ। 2 ਮਿੰਟ ਲਓ ਜੀ, ਹੁਣ ਆਪਾਂ ਦੇਖਦੇ ਆ ਬੇਟਾ ਕਿ ਦਿਸ ਇਜ਼ ਆਵਰ ਸੈਕੰਡ ਸਲਾਈਡ, ਦਿਸ ਇਜ਼ ਯੂਜ਼ਸ ਆਫ ਪੀਐਨ ਜੰਕਸ਼ਨ। ਇਹ ਸਾਰੇ ਯੂਜ਼ਸ ਆਪਾਂ ਕਰਾਂਗੇ, ਬਟ ਅੱਜ ਆਪਾਂ ਯੂਜ਼ਸ ਕਰਦੇ ਆ ਜ਼ੀਨਰ ਡਾਇਓਡ ਦੇ, ਜਿਹੜਾ ਕਿ ਬਹੁਤ ਛੋਟਾ ਟੌਪਿਕ ਹੈ ਤਾਂ ਆਪਣਾ ਅੱਜ ਖਤਮ ਹੋ ਜਾਏਗਾ, ਇਸ ਕਰਕੇ ਆਪਾਂ ਇਹਨੂੰ ਅੱਜ ਕਰਾਂਗੇ। ਹੁਣ ਦੇਖੋ ਜ਼ੀਨਰ ਡਾਇਓਡ ਬੇਸਿਕਲੀ ਕੀ ਚੀਜ਼ ਹੈ। ਹੁਣ ਆਪਾਂ ਨੂੰ ਇਹ ਗੱਲ ਪਤਾ ਲੱਗ ਗਈ, ਇੱਥੇ ਨਾ ਥੋੜਾ ਜਿਹਾ ਇਹ ਪ੍ਰਿੰਟਿੰਗ ਠੀਕ ਨਹੀਂ ਹੋਈ ਹੋਈ, ਇਸ ਕਰਕੇ ਇਹਨੂੰ ਆਪੇ ਤੁਸੀਂ ਕਨੈਕਟ ਕਰ ਲੈਣਾ ਹੈ ਵੀ ਇਹ ਲਾਈਨ ਐਂ ਕਰਕੇ ਕਨੈਕਟ ਹੁੰਦੀ ਹੈ ਤੇ ਆਹ ਜਿਹੜੀ ਲਾਈਨ ਹੈ ਐਂ ਕਰਕੇ ਕਨੈਕਟ ਹੁੰਦੀ ਹੈ, ਠੀਕ ਹੈ ਨਾ। ਹੁਣ ਤੁਸੀਂ ਦੇਖੋ ਇਹ ਆਪਣੇ ਕੋਲੇ ਬੇਸਿਕਲੀ ਰਿਵਰਸ ਬੇਸਿਸ ਦੀ ਉਹ ਬਣਿਆ ਹੋਇਆ ਹੈ, ਠੀਕ ਹੈ ਨਾ, ਰਿਵਰਸ ਬੇਸਿਸ। ਹੁਣ ਤੁਸੀਂ ਦੇਖੋ ਜਦੋਂ ਇਹ ਰਿਵਰਸ ਬੇਸਿਸ 'ਚ ਬਣ ਗਿਆ, ਠੀਕ ਹੈ। ਸੋ ਨਾਓ ਵਾਟ ਇਜ਼ ਹੈਪਨਿੰਗ, ਹੁਣ
ਜਿਹੜੀ ਆਹ ਵਾਲਾ ਜਿਹੜਾ ਰੀਜਨ ਹੈ, ਜਿਹੜਾ ਜ਼ੀਨਰ ਡਾਇਓਡ ਵਾਲਾ ਰੀਜਨ ਹੈ, ਜਿਹੜਾ ਆਹ ਵਾਲਾ ਰੀਜਨ ਹੈ, ਇਹ ਰੀਜਨ ਦੀ ਇੱਕ ਵਿਸ਼ੇਸ਼ਤਾ ਹੈ। ਤੁਸੀਂ ਦੇਖੋ ਵੀ ਇਹਨੇ VZ ਵੋਲਟੇਜ ਤੇ ਕਰੰਟ ਤੁਸੀਂ ਇਹਦੇ ਵਿੱਚੋਂ ਜਿੰਨਾ ਮਰਜ਼ੀ ਪਾਸ ਕਰ ਲਓ, ਇਹਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ। ਹੁਣ ਆ ਵੀ ਆਪਣੇ ਆਪ ਸੋਚਿਆ ਜਾਵੇ ਤਾਂ ਇੱਕ ਬਹੁਤ ਹੀ ਸੋਹਣੀ ਪ੍ਰੋਪਰਟੀ ਹੈ, ਤੇ ਇਹ ਜੀ ਪ੍ਰੋਪਰਟੀ ਕਿਸੇ ਵੀ ਜਗ੍ਹਾ ਤੇ ਆਪਾਂ ਨੂੰ ਨਹੀਂ ਮਿਲਦੀ। ਜੇ ਆਪਾਂ ਨਾਰਮਲ ਰੈਜ਼ਿਸਟਰ ਦੀ ਗੱਲ ਕਰੀਏ ਜਾਂ ਵਾਇਰ ਦੀ ਗੱਲ ਕਰੀਏ, ਦਿਸ ਡਸ ਨਾਟ ਹੈਪਨ। ਤਾਂ ਜਿਹਦੇ ਕਰਕੇ ਆ ਵੀ ਇੱਕ ਪ੍ਰੋਪਰਟੀ ਹੈ ਜਿਹਨੂੰ ਆਪਾਂ ਐਕਸਪਲੋਇਟ ਕਰ ਸਕਦੇ ਹਾਂ, ਬਹੁਤ ਵਧੀਆ ਪ੍ਰੋਪਰਟੀ ਹੈ। ਤਾਂ ਇਹਨੂੰ ਆਪਾਂ ਨੇ ਕਿਵੇਂ ਯੂਜ਼ ਕੀਤਾ, ਹੁਣ ਦੇਖੋ। ਹੁਣ ਆਪਾਂ ਇੱਥੇ ਤਾਂ ਮੈਂ ਤੁਹਾਨੂੰ ਕਹਿਤਾ ਕਿ ਜੇ ਤੁਸੀਂ VZ ਲਗਾਤਾ ਤਾਂ ਤੁਹਾਡਾ ਡਾਇਓਡ ਫੁੱਕ ਜਾਏਗਾ, ਲੇਕਿਨ ਆਪਾਂ ਨੇ ਕੀ ਕੀਤਾ, ਇੱਕ ਇਹੋ ਜਿਹਾ ਡਾਇਓਡ ਬਣਾਇਆ। ਇਟ ਇਜ਼ ਅ ਸਪੈਸ਼ਲ ਡਾਇਓਡ ਵਿਚ ਇਜ਼ ਯੂਜ਼ਡ ਐਟ ਜ਼ੀਨਰ ਵੋਲਟੇਜ। ਆਪਾਂ ਡਾਇਓਡ ਹੀ ਇਹੋ ਜਿਹਾ ਬਣਾ ਲਿਆ ਜਿਹਦੇ ਜ਼ੀਨਰ ਵੋਲਟੇਜ ਤੇ ਕੰਮ ਕਰਨਾ ਹੈ ਤੇ ਉਹਨੇ ਖਰਾਬ ਨਹੀਂ ਹੋਣਾ ਹੈ। ਉਹ ਕੀ ਕਰਦਾ, ਜਦੋਂ ਵੋਲਟੇਜ ਘਟ ਜੂਗੀ ਉਦੋਂ ਆਹ ਵਾਲੀ ਚੀਜ਼ ਤੇ ਚਲਾ ਜਾਊਗਾ, ਜਦੋਂ ਵੋਲਟੇਜ ਵੱਧ ਜੂਗੀ ਉਦੋਂ ਆਹ ਵਾਲੇ ਇੱਥੇ ਲਿਆ ਕੇ ਖੜਾ ਕਰ ਦੂਗਾ। ਇਟ ਕੈਨ ਵਰਕ ਇਨ ਬੋਥ ਆਫ ਦੀ ਏਰੀਆਜ਼, ਇਸ ਜਗ੍ਹਾ ਤੇ ਵੀ ਤੇ ਇਸ ਜਗ੍ਹਾ ਤੇ ਵੀ, ਦੋਨਾਂ ਤੇ ਉਹ ਕੰਮ ਕਰ ਸਕਦਾ ਜ਼ੀਨਰ ਡਾਇਓਡ। ਸੋ ਨਾਓ ਵਿਦਾਊਟ ਐਨੀ ਡੈਮੇਜ, ਓਕੇ। ਆ ਆਪਣੇ ਕੋਲੇ ਮੇਨ ਕੰਡੀਸ਼ਨ ਇਹ ਹੈ ਕਿ ਵਿਦਾਊਟ ਐਨੀ ਡੈਮੇਜ। So now what is happening? Special diode which is used as zener voltage without any damage, ਇਹ ਪੁਰਾਣੀ ਵਾਲੀ ਗੱਲ ਆ ਗਈ। ਫਿਰ this diode is always used in reverse bias, ਇਹ ਮੈਂ ਤੁਹਾਨੂੰ ਬਾਅਦ ਦੱਸਦਾ। zener diode ਦਾ ਸਿੰਬਲ ਆ ਹੁੰਦਾ ਬੇਟਾ, ਐਂ ਕਰਕੇ ਟ੍ਰਾਇੰਗਲ ਬਣੂਗਾ। ਆਹ ਤਾਂ ਬਣ ਗਿਆ ਆਪਣੇ ਕੋਲ ਡਾਇਰ, ਤੇ ਇੱਥੇ ਆਪਾਂ ਨੇ ਥੋੜੀਆਂ ਜਿਹੀਆਂ ਮੁੱਛਾਂ ਲਾ ਦੇਣੀਆਂ ਨੇ, ਤੇ ਆਹ ਚੱਕੋ ਜੀ, ਇਹ ਬਣ ਗਿਆ ਆਪਣੇ ਕੋਲੇ ਜ਼ੀਨਰ ਡਾਇਡ। Z ਲਿਖਤਾ ਇੱਕ ਤਰ੍ਹਾਂ। ਜਿਹੜਾ ਇਹ ਜ਼ੀਨਰ ਡਾਇਡ ਆਪਣੇ ਕੋਲੇ ਬਣ ਗਿਆ, ਇਹ ਆਪਾਂ ਸਪੈਸ਼ਲ ਪਰਪਸ ਡਾਇਓਡ ਹੈ ਵੀ ਜੇ ਜ਼ੀਨਰ ਵੋਲਟੇਜ ਤੇ ਖਰਾਬ ਨਹੀਂ ਹੁੰਦਾ। ਹੁਣ ਆਪਾਂ ਇਹਨੂੰ ਯੂਜ਼ ਕਿਵੇਂ ਕਰਨਾ ਹੈ? ਆਬਵੀਅਸਲੀ ਆਹ ਰਿਵਰਸ ਬਾਇਸ ਹੈ, ਤਾਂ ਇਹ ਵਾਲਾ ਡਾਇਓਡ ਹਮੇਸ਼ਾ ਰਿਵਰਸ ਬੇਸਿਸ ਦੇ ਵਿੱਚ ਹੀ ਕੰਮ ਆਏਗਾ। ਇਹ ਤਾਂ ਲਿਖੋ ਜਾਂ ਨਾ ਲਿਖੋ, ਲਿਖਣੀ ਇਸ ਕਰਕੇ ਜ਼ਰੂਰੀ ਹੈ ਵੀ ਬੱਚਿਆਂ ਨੂੰ ਕਨਫਿਊਜ਼ਨ ਨਾ ਹੋਵੇ, ਬਟ ਅਦਰਵਾਈਜ਼ ਆਪਾਂ ਨੂੰ ਪਤਾ ਹੀ ਹੈ ਵੀ ਆਹ ਵਾਲਾ ਗ੍ਰਾਫ ਤਾਂ ਰਿਵਰਸ ਬਾਇਸ ਚ ਯੂਜ਼ ਹੁੰਦਾ, ਤਾਂ ਇਹ ਰਿਵਰਸ ਬੇਸਿਸ ਦੇ ਵਿੱਚ ਯੂਜ਼ ਹੋਏਗਾ। ਚਲੋ ਜੀ ਇਦੋਂ ਅੱਗੇ, ਹੁਣ ਇਹਦਾ ਯੂਜ਼ ਕੀ ਹੈ? ਹੁਣ ਇਹਦਾ ਯੂਜ਼ ਹੁੰਦਾ ਹੈ ਬੇਟਾ ਵੋਲਟੇਜ ਰੈਗੂਲੇਸ਼ਨ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ, this is very important, voltage regulation। ਬਹੁਤ ਕੁਐਸਚਨਸ ਆ ਜਾਂਦੇ ਇਸ ਤੇ ਨਾ, ਬੜੇ ਚਾਂਸਸ ਹੈ ਵੀ ਆਉਣਗੇ ਇੱਕ ਤਰ੍ਹਾਂ ਇਹ ਲਾ ਲਓ। ਜ਼ੀਨਰ ਡਾਇਓਡ ਇਹਨਾਂ ਦਾ ਫੇਵਰੇਟ ਹੈ। ਫਿਰ ਜ਼ੀਨਰ ਡਾਇਓਡ ਵਿਲ ਫਿਕਸ ਦੀ ਵੋਲਟੇਜ। ਹੁਣ ਇਹਦਾ ਕੀ ਹੈ, ਆਪਣੇ ਆ ਸਰਕਟ ਬਣਾ ਲਿਆ। ਪਹਿਲਾਂ ਤਾਂ ਇਸ ਸਰਕਟ ਨੂੰ ਆਪਾਂ ਸਮਝਾਂਗੇ ਬੇਟਾ। ਦੇਖੋ ਆਪਣੇ ਕੋਲੇ ਮੰਨ ਲਓ ਘਰੇ ਆਪਣੇ ਕੋਲੇ ਕੋਈ ਫ੍ਰਿਜ ਲੱਗਿਆ ਹੋਇਆ, ਠੀਕ ਹੈ। ਆਪਾਂ ਚਾਹੁੰਦੇ ਹਾਂ ਕਿ ਇਹਦੇ ਅਕ੍ਰੋਸ ਤਾਂ ਜੀ V0 ਵੋਲਟੇਜ ਹੀ ਡ੍ਰੌਪ ਹੋਵੇ, ਇਦੋਂ ਵੱਧ ਵੋਲਟੇਜ ਡ੍ਰੌਪ ਨਾ ਹੋਵੇ। ਆਪਣਾ AC ਹੈ ਜਾਂ ਫ੍ਰਿਜ ਹੈ ਆਪਣਾ, ਉਹ ਖਰਾਬ ਨਾ ਹੋ ਜਾਏ, ਉਹਦੇ ਅੱਗੇ ਵੋਲਟੇਜ ਜ਼ਿਆਦਾ ਨਾ ਹੋ ਜਾਏ। ਹੁਣ ਮੰਨ ਲਓ ਤੁਸੀਂ ਸਿਸਟਮ ਤਾਂ ਲਾਇਆ, ਇੱਥੇ ਵੋਲਟੇਜ ਲਾਤੀ ਬਹੁਤ ਹੀ ਜ਼ਿਆਦਾ, ਵੋਲਟੇਜ ਇਹਦੀ ਬਹੁਤ ਜ਼ਿਆਦਾ ਹੋਗੀ, ਅਨਰੈਗੂਲੇਟਡ ਹੈ, ਲੇਕਿਨ ਇਹਦੇ ਅਕ੍ਰੋਸ ਆਪਾਂ ਚਾਹੁੰਦੇ ਹਾਂ ਕਿ V0 ਵੋਲਟੇਜ ਹੀ ਆਵੇ। ਲੈਟ ਅਸ ਸੇ ਮੈਂ ਕਹਿੰਦਾ ਕਿ ਇਹਦੇ ਅਕ੍ਰੋਸ ਤਾਂ ਆਵੇ 220 ਵੋਲਟ, ਤੇ ਲੱਗ ਗਈ ਗਲਤੀ ਨਾਲ 300 ਵੋਲਟ, ਤਾਂ ਹੁਣ ਕੀ ਹੋਏਗਾ? ਹੁਣ ਉਹ ਕਹਿੰਦੇ ਇੱਥੇ ਤਾਂ ਆਪਣੇ ਕੋਲ ਇੱਕ ਰੈਜ਼ਿਸਟੈਂਸ ਆ ਲੱਗਿਆ ਹੋਇਆ, ਇੱਕ ਇੱਥੇ ਆਪਣੇ ਕੋਲ ਲੱਗਿਆ ਹੋਇਆ ਜ਼ੀਨਰ ਡਾਇਓਡ। ਤੁਸੀਂ ਦੇਖ ਸਕਦੇ ਹੋ ਬੇਟਾ ਜ਼ੀਨਰ ਡਾਇਓਡ ਉਲਟਾ ਲਾਇਆ ਹੋਇਆ ਹੈ, ਕਰੰਟ ਦੀ ਡਾਇਰੈਕਸ਼ਨ ਨੀਚੇ ਨੂੰ ਹੈ ਤਾਂ ਇਹਦੀ ਟ੍ਰਾਇੰਗਲ ਉੱਪਰ ਨੂੰ ਹੈ। ਇਹ ਡਾਇਰੈਕਸ਼ਨ ਦੋਨੋਂ ਆਪੋਜ਼ਿਟ ਆਉਣਗੀਆਂ, ਇਹਦਾ ਮਤਲਬ ਹੈ ਕਿ ਦਿਸ ਇਜ਼ ਰਿਵਰਸ ਬਾਇਸ। ਚਲੋ ਹੁਣ ਇਹ ਤੋਂ ਬਾਅਦ ਦੇਖਦੇ ਹਾਂ, ਇਹ ਰਿਵਰਸ ਬੇਸਿਸ 'ਚ ਲੱਗਣਾ, ਬੱਚੇ ਗਲਤੀ ਕਰ ਜਾਂਦੇ, ਇਸ ਕਰਕੇ ਦੁਬਾਰਾ ਦੱਸ ਰਹੇ। ਹੁਣ ਇਹਨੇ ਕਹਿਣਾ ਕਿ ਜੀ ਮੇਰੇ ਅਕ੍ਰੋਸ ਤਾਂ VZ ਹੀ ਲੱਗੂਗਾ, ਆਪਣੇ ਅਕ੍ਰੋਸ ਹੋਰ ਕੋਈ ਨਹੀਂ ਲੱਗਣਾ। ਤੁਸੀਂ ਡਾਇਓਡ ਹੀ ਅਜਾ ਚੂਜ਼ ਕੀਤਾ ਕਿ ਜਿਹਦਾ VZ 220 ਦੇ ਬਰਾਬਰ ਸੀ, ਤਾਂ ਇਹਨੇ ਕੀ ਕੀਤਾ, ਇਹਨੇ ਕੰਪਲਸਰੀ ਬੇਸਿਸ ਤੇ ਕਹਿਤਾ ਕਿ ਜੀ ਇਸ ਪੁਆਇੰਟ ਤੇ ਇਸ ਪੁਆਇੰਟ ਦੇ ਵਿੱਚ ਜਿਹੜੀ ਵੋਲਟੇਜ ਹੈਗੀ ਹੈ ਇਹ 220 ਹੀ ਰਹੇਗੀ, ਕੁਝ ਵੀ ਕਰ ਲਓ। ਤੇ ਇਹ ਦੋਨੋਂ ਪੈਰਲਲ ਕਨੈਕਸ਼ਨ ਹੋਣ ਦੇ ਕਾਰਨ what will happen, ਜੇ ਇਹਦੇ ਅਕ੍ਰੋਸ 200 ਹੈ 220 ਹੈ ਤਾਂ ਇਹਦੇ ਅਕ੍ਰੋਸ ਵੀ 220 ਵੋਲਟੇਜ ਆਊਗੀ, ਤਾਂ ਇਹਨੇ ਉਹ ਫਿੱਟ ਕਰਤਾ। ਤਾਂ ਜੇ ਰਹਿ ਗਿਆ ਇਹਦਾ R, ਤਾਂ ਇਹਨੇ ਕਹਿਣਾ ਵੀ ਤੂੰ ਸਾਰੀ ਬਾਕੀ ਬਚੀ ਹੋਈ ਸਾਰੀ ਵੋਲਟੇਜ ਤੂੰ ਲੈ ਲਾ ਆਪਦੀ ਮਰਜ਼ੀ ਨਾਲ, ਜਿਵੇਂ ਮਰਜ਼ੀ ਲੈ ਤੂੰ ਲੈ ਲਾ। ਤਾਂ ਇਹਦੇ ਅਕ੍ਰੋਸ ਜਿਹੜੀ ਵੋਲਟੇਜ ਆਈ ਇੱਥੇ ਉਹ ਕਿੰਨੀ ਆ ਗਈ? V - VZ। ਇਸ ਰੈਜ਼ਿਸਟੈਂਸ ਨੇ ਆਪਦੇ ਅਕ੍ਰੋਸ ਕਿੰਨੀ ਵੋਲਟੇਜ ਲੈ ਲਈ? ਦਿਸ। ਹੁਣ ਬੇਟਾ ਇੱਥੇ ਵੀ ਮੈਂ ਤੁਹਾਨੂੰ ਦੱਸਾਂ, ਕਿਉਂਕਿ ਆਪਾਂ ਕਰੰਟ ਐਂਡ ਰੈਜ਼ਿਸਟੈਂਸ ਵਾਲਾ ਚੈਪਟਰ ਹਜੇ ਤੱਕ ਨਹੀਂ ਚੰਗੀ ਤਰ੍ਹਾਂ ਪੜਿਆ ਹੋਇਆ, ਜਿਹਦੇ ਕਰਕੇ ਤੁਹਾਨੂੰ ਥੋੜਾ ਜਿਹਾ ਇੱਥੇ ਡਾਊਟ ਆ ਸਕਦਾ ਹੈ, ਬਟ ਜੋ ਮੈਂ ਕਹਿ ਰਿਹਾ ਬਸ ਉਹਨੂੰ ਇੱਕ ਵਾਰ ਸਮਝ ਲਓ। ਇਹਨੇ ਆਪਦੇ ਅਕ੍ਰੋਸ 220 ਲੈ ਲਈ, ਇਹਦੇ ਅਕ੍ਰੋਸ ਆਪਣੇ ਕੋਲੇ ਕਿੰਨੀ ਹੋ ਗਈ? 300 - 220 ਵਿਚ ਇਜ਼ ਓਨਲੀ ਐਂਡ ਓਨਲੀ 80 ਵੋਲਟ। ਜਦੋਂ 80 ਵੋਲਟ ਆ ਗਈ ਤੇ ਆਪਾਂ ਨੇ ਦੇਖਿਆ ਵੀ ਆਹ ਕਰੰਟ ਕਿੰਨਾ ਆਏਗਾ, ਤਾਂ ਕਰੰਟ ਵਿਲ ਬੀ ਦਿਸ। ਬੇਟਾ ਟਾਈਮ ਬਹੁਤ ਜ਼ਿਆਦਾ ਘੱਟ ਰਹਿ ਗਿਆ ਹੈ ਤੇ ਇਟ ਇਜ਼ ਆਲਮੋਸਟ ਗੋਇੰਗ ਟੂ ਓਵਰ, ਤੇ ਇਹ ਆ ਗਿਆ ਆਪਣੇ ਕੋਲੇ I0 ਇਜ਼ ਇਕੁਅਲ ਟੂ V - VZ ਬਾਏ R। ਇਹ ਗੱਲ ਕਲੀਅਰ ਹੋ ਗਈ ਪੁੱਤ? हाँ भाई जल्दी जल्दी यस कह दो।
मीटिंग इज ओवर। थोड़ी सर। चलो कोई गल नहीं बेटा, आप कल इनू डिटेल च देखांगे, ठीक है ना। अज हुणे अपने कोले टाइम घट है, ऑफ होने वाला है, फिर देखते हैं।